हेलो एवरीवन, वेलकम टू खोखो क्लासेस फॉर मैथमेटिक्स। इस वीडियो च ਆਪਾਂ डिस्कस ਕਰਾਂਗੇ जो क्वेश्चंस रहंदे ने 41 टू 50 ऑफ द साइंस एग्जाम मास्टर ਉਹਦੇ ਵਿੱਚ ਜਿਹੜਾ मैथ ਸੈਕਸ਼ਨਸ ਆਇਆ ਸੀ। ठीक, क्वेश्चंस बड़े आसान ने ਜਿਹੜੇ ਆਪਣੇ ਕੋਲੇ 10 क्वेश्चन बच के कुछ को बहुत अच्छे ने, कुछ कुछ थोड़ी कैलकुलेशन है, डिस्कस करते हैं वन बाय वन। ठीक, इस पेपर ਦੇ ਲਾਸਟ ਵੀਡੀਓ ਆਪਣੇ ਕੋਲ ਆਪਾਂ 5 ਵੀਡੀਓਜ਼ ਚ डिस्कस ਕੀਤੇ ਗਏ ਆ 10-10 क्वेश्चंस हर एक वीडियो ਚ। क्लियर, चलो जी डिस्कस करते हैं, वीडियो शुरू करते हैं। क्वेश्चन नंबर है 41, the function defined by this one, this is piecewise defined functions। first of all ਆਪਾਂ ਨੂੰ ਥੋੜੀ ਜਿਹੀ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਫੰਕਸ਼ਨ ਬੜਾ ਵਧੀਆ ਦਿੱਤਾ ਹੋਇਆ ਹੈ। ਪੁੱਛਿਆ ਕਿ ਇਹ ਫੰਕਸ਼ਨ ਦੀ ਡਿਫਰੈਂਸ਼ੀਏਬਿਲਿਟੀ ਤੇ ਕੰਟੀਨਿਊਟੀ ਬਾਰੇ ਗੱਲ ਕਰ ਰਹੇ ਐਟ ਪੁਆਇੰਟ x is equal to 1। ਪੁਆਇੰਟ ਕੀ ਦਿੱਤਾ ਹੈ, x is equal to 1 ਤੇ डिस्कस, x is equal to 0 ਤੇ ਸਾਰੀ डिस्कस ਕਰ ਰਿਹਾ ਉਹ। ਕਲੀਅਰ, ਹੁਣ ਇਹ ਕੁਐਸਚਨਸ ਨੂੰ ਅਗਰ ਕਰਨਾ ਤਾਂ ਤੁਹਾਨੂੰ ਇੱਕ ਥੋੜਾ ਜਿਹਾ ਸਟੈਂਡਰਡ ਰਿਜ਼ਲਟ ਪਤਾ ਹੋਣਾ ਚਾਹੀਦਾ। ਕੋਈ ਸਟੈਂਡਰਡ ਰਿਜ਼ਲਟ ਕੀ ਹੋ ਮੈਂ ਲਿਖ ਰੱਖਿਆ, ਦੇਖੋ ਅਗਰ ਫੰਕਸ਼ਨ ਆਪਣੇ ਕੋਲ ਇਦਾਂ ਦਾ ਹੋਵੇ x raised to power alpha sin 1 by x raised to power beta when x is not equal to 0, 0 when x is equal to 0, the function differentiable ਹੁੰਦਾ if and only if alpha is greater than beta, strictly greater than beta। ਤੇ ਇੱਕ ਆਪਾਂ ਨੂੰ ਰਿਜ਼ਲਟ ਥੋੜਾ ਜਿਹਾ ਤਾਂ ਆਪਾਂ ਨੂੰ ਵੈਸੇ ਹੀ ਪਤਾ ਕਿ ਅਗਰ ਫੰਕਸ਼ਨ ਡਿਫਰੈਂਸ਼ੀਏਬਲ ਹੈ ਤਾਂ ਉਹ ਕੀ ਹੋਊਗਾ, ਕੰਟੀਨਿਊਸ ਹੋਊਗਾ। ਠੀਕ, ਹੁਣ ਦੇਖੋ ਇੱਥੇ ਅਲਫਾ ਦੀ ਵੈਲਿਊ 1 ਹੈ, ਬੀਟਾ ਦੀ ਵੈਲਿਊ 1 ਹੈ। ਅਲਫਾ is equal to beta, not strictly greater than, that means this function is not differentiable। not differentiable है जी, फर्स्ट ऑप्शन कट्टी गई ते सी ऑप्शन कट्टी गई, बी भी कट्टी गई। वो कहता डिफरेंशिएबल भी नहीं है, लेकिन बी कट्टन तो पहले ध्यान ना देखो, कहता भी कंटीन्यूअस भी नहीं है। ਤਾਂ ਕੰਟੀਨਿਊਟੀ ਚੈੱਕ ਕਰਦੇ ਨੇ। ਕੰਟੀਨਿਊਟੀ ਚੈੱਕ ਕਰਨ ਦਾ ਪਰਪਸ ਕੀ ਹੁੰਦਾ ਹੈ ਕਿ ਲਿਮਿਟ ਕੱਢੋ ਉਸ ਫੰਕਸ਼ਨ ਦੀ ਉਸ ਪੁਆਇੰਟ ਤੇ ਐਂਡ ਵੈਲਿਊ ਦੇਖੋ ਉਸ ਫੰਕਸ਼ਨ ਦੀ ਉਸ ਪੁਆਇੰਟ ਤੇ। 0 ਦੀ ਵੈਲਿਊ 0 ਦਿੱਤੀ ਹੋਈ ਹੈ, ਹੁਣ ਫੰਕਸ਼ਨ ਇਹ ਕੰਟੀਨਿਊਅਸ ਵਾਸਤੇ ਦੀ ਲਿਮਿਟ 0 ਆਣੀ ਚਾਹੀਦੀ। ਹੁਣ ਦੇਖੋ ਲਿਮਿਟ 0 ਤਾਂ ਬੜੀ ਆਸਾਨ ਹੈ। ਹੁਣ ਕਹੋਗੇ ਸਰ ਇਹਦੀ ਤਾਂ ਲਿਮਿਟ, ਕਈ ਬੱਚਿਆਂ ਨੂੰ ਕਨਫਿਊਜ਼ਨ ਰਹਿੰਦੀ ਹੈ ਬਹੁਤ ਕਿ 1/x ਦੀ ਲਿਮਿਟ ਕਿੱਦਾਂ ਆਏਗੀ ਸਰ ਸਾਈਨ ਦੇ ਵਿੱਚ ਪਿਓ। ਦੇਖੋ साइन हमेशा बाउंडेड फंक्शन ਹੁੰਦਾ, साइन ਦੀ ਜਿਹੜੀ ਰੇਂਜ ਹੁੰਦੀ ਹੈ that is always lying between the closed interval -1 and 1। ਇਦਾਂ ਕੀ ਹੈਗਾ ਆਪਣੇ ਕੋਲੇ ਬਾउंडेड ਫੰਕਸ਼ਨ ਹੈ, x ਅਪਰੋਚ 0 ਨੂੰ ਕਰ ਰਿਹਾ ਤੇ ਪੂਰੇ ਦੇ ਪੂਰੇ ਫੰਕਸ਼ਨਸ ਦੀ ਵੈਲਿਊ ਕੀ ਆਏਗੀ at x approaches to 0 is 0। ਤਾਂ ਮਤਲਬ ਫੰਕਸ਼ਨ ਇਹ ਬੜਾ ਅੱਛਾ ਹੈ, ਕੰਟੀਨਿਊਸ ਫੰਕਸ਼ਨ है। अगर फंक्शन कंटीन्यूअस है तो क्वेश्चन हो गया बी ऑप्शन आंसर आ गया, कंटीन्यूअस बट नॉट डिफरेंशिएबल at x is equal to 0। क्लियर, बड़ा आसान क्वेश्चन है। थोड़ी जी एक बार ਇਹੋ ਜਿਹੇ क्वेश्चन ਤੁਸੀਂ ਦੇਖ ਲਏ ਤਾਂ ਫਿਊਚਰ 'ਚ ਇਹੋ ਜਿਹੇ क्वेश्चंस ਤੁਸੀਂ ਬੜੇ ਆਰਾਮ ਤੇ ਬੜੇ ਜਲਦੀ ਵਿੱਚ ਕਰ ਸਕਦੇ ਹੋ, ਬਿਕੋਜ਼ ਅਗਰ ਤੁਹਾਨੂੰ ਸਟੈਂਡਰਡ ਰਿਜ਼ਲਟ ਯਾਦ ਨੇ ਇਸ ਰਿਲੇਟਡ क्वेश्चंस। क्लियर, नाउ द क्वेश्चन नंबर इज 42 एंड 43, बड़े आसान क्वेश्चन है, क्विकली होने वाले क्वेश्चन है। यूनिट वेक्टर परपेंडिकुलर टू दीस टू वेक्टर्स पूछा है केड़ा, ऑप्शंस तो ही कर सकता। पहली गल देखो ਇਹਦੀ ਇਹਦੇ ਨਾਲ ਡਾਟ ਪ੍ਰੋਡਕਟ ਦੇਖੋ ਪਰਪੈਂਡੀਕੁਲਰ ਤਾਂ ਹੁੰਦਾ ਅਗਰ ਕੀ ਹੋਵੇ ਉਹ ਆਪਣੇ ਕੋਲੇ ਡਾਟ ਪ੍ਰੋਡਕਟ 0 ਹੋਵੇ ਉਸ। ਦੇਖੋ ਸਾਰੀ ਯੂਨਿਟ ਵੈਕਟਰ ਦਿੱਤੇ ਹੋਏ, ਧਿਆਨ ਨਾਲ ਚੈੱਕ ਕਰ ਸਕਦੇ ਬਿਕੋਜ਼ 2 3 1 ਸਾਰਿਆਂ ਦਾ ਸਕੁਅਰ ਸਮ ਕਿੰਨਾ 14, ਸਾਰਿਆਂ ਨਾਲ 14 ਨਾਲ ਡਿਵਾਈਡ ਕੀਤਾ ਰੂਟ ਤਾਂ ਯੂਨਿਟ ਵੈਕਟਰ ਤਾਂ ਸਾਰੇ ਹੈਗੇ ਆ। ਬਸ ਇਹਦੇ ਨਾਲ ਦੇਖੋ ਇਹਦਾ ਪਲੱਸ ਦੇ ਵੀ ਪਲੱਸ ਦੇ ਕੋਈ 0 ਹੋਣੀ, ਸਭ ਤੋਂ ਕੰਮ ਕਿਹਨੇ ਕਰਨਾ ਮਾਈਨਸ ਵਾਲੇ ਨੇ। ਇਹ ਦੇਖੋ 2 2 ਆ ਗਿਆ ਜੀ, 2 + 3 - 1 0 नहीं आया, ये भी ऑप्शन कट है, ये भी ऑप्शन कट है। ਇਹਦੇ ਇਹਦੇ ਨਾਲ ਡਾਟ ਪ੍ਰੋਡਕਟ ਦੇਖੋ ਜੀ ਕਿੰਨਾ ਆ ਜਾਊਗਾ -2 - 3 - 1, ਇਹ ਵੀ ਆਪਸ਼ਨ ਕੱਟੇ ਹੋਏ। ਬਚਿਆ ਜਿਹੜਾ ਆਨਸਰ ਡੀ ਆਪਸ਼ਨ ਦੇਖ ਲਓ 2 - 3 1, 2 - 3 1 0 ਆ ਗਿਆ ਜੀ। ਇਹਦੇ ਨਾਲ ਵੀ ਦੇਖੋ 2 - 6 ਤੇ 4 6 - 6 0 हो गया, मतलब डी इज द करेक्ट आंसर। तो इसका सही आंसर क्या है, डी इज द करेक्ट आंसर। बड़ी क्विकली होने वाला सी, कुछ ज्यादा सोचने वाला इस नहीं। अगला क्वेश्चन बड़ा बढ़िया, थोड़ा जिहा कंफ्यूज करने वास्ते ना उन्हें सेट ਨੂੰ बड़े अलग तरीके च लिखता, मतलब एक सेट होर पाता ਦੇ ਵਿੱਚ सेट ਦੇ ਵਿੱਚ। देखो पावर सेट ਚ ਤਾਂ मतलब ਆਪਾਂ ਨੂੰ ਨੰਬਰ ਆਫ ਐਲੀਮੈਂਟ ਕਿੰਨੇ ਇਸ ਸੈਟ ਚ ਉਹਦੇ ਨਾਲ ਦੇਖੋ ਨੰਬਰ ਆਫ ਐਲੀਮੈਂਟ ਕਿੰਨੇ 1, ਇਹ ਪੂਰਾ ਇੱਕ ਐਲੀਮੈਂਟ ਹੈ 2 3, ਤਾਂ 2 raised to power 3 ਕਿੰਨਾ ਆ ਗਿਆ 8, ਆंसर आ गया जी बी ऑप्शन करेक्ट। कई बच्चों ने 16 भी लगाया कि 4 एलिमेंट मान लेते 2 raised to power 4, सी ऑप्शन का आंसर गलत है। गलत है, थोड़ा सा देखो
ਸੈੱਟ ਦੇ ਵਿੱਚ ਅਗਰ ਇੱਕ ਸੈੱਟ ਪਿਆ ਤਾਂ ਉਹ ਕੀ ਹੈ, ਇੱਕ ਐਲੀਮੈਂਟ ਵੱਲੋਂ ਕੰਮ ਕਰੇਗਾ। ਤਾਂ ਆਨਸਰ ਕੀ ਹੈ ਇਹਦਾ? B ਇਜ਼ ਅ ਕरेक्ट। ਕੁਐਸਚਨ ਇਜ਼ 44। ਕੁਐਸਚਨ ਬੜਾ ਵਧੀਆ ਕੁਐਸਚਨ ਹੈ। ਦੇਖੋ ਕਈ ਬੱਚਿਆਂ ਨੂੰ ਤਾਂ ਇਹਦਾ ਆਨਸਰ ਪਤਾ ਸੀ ਜਾਂ ਮਤਲਬ ਫਾਰਮੂਲਾ ਪਤਾ ਸੀ, ਬੱਚੇ ਨੇ ਕਰ ਲਿਆ। ਹੁਣ ਉਹ ਵੀ ਬੱਚੇ ਹੈਗੇ ਨੇ ਜਿਨ੍ਹਾਂ ਨੂੰ ਸਮਝ ਨਹੀਂ ਆਈ ਕਿ ਕੁਐਸਚਨਸ ਨਹੀਂ ਕਰਨਾ ਕਿਵੇਂ ਹੈ ਜਾਂ ਫਾਰਮੂਲਾ ਨਹੀਂ ਯਾਦ, ਭੁੱਲ ਗਏ, ਤਾਂ ਆਪਾਂ ਇਹ ਕੁਐਸਚਨ ਨੂੰ दूसरे तरीके ਨਾਲ ਵੀ ਸੋਲਵ ਕਰਾਂਗੇ। ਕਿੱਦਾਂ ਦੇਖੋ ਕੁਐਸਚਨਸ ਕੀ ਹੈ। क्वेश्चन इज अबाउट लेट V be a vector space of all skew symmetric matrix। बहुत बड़ा हिंट देता है जी। skew symmetric matrices over of the order n over r, then the dimension of V over r पूछ रहे कितने होंगे। देखो डायमेंशंस ਕੱਢਣ ਲਈ ਤੁਹਾਨੂੰ ਬੇਸਿਸ ਦਾ ਪਤਾ ਹੋਣਾ ਚਾਹੀਦਾ। ਬੇਸਿਸ ਦੇ ਵਿੱਚ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੇ ਬੇਸਿਸ ਦੇ ਐਲੀਮੈਂਟ ਹੈਗੇ ਉਹ ਪੂਰੇ ਦੇ ਪੂਰੇ ਵੈਕਟਰ ਸਪੇਸ ਨੂੰ ਸਪੈਨ ਕਰ ਰਹੇ ਆ। ਸੈਕਿੰਡ ਜਿੰਨੇ ਐਲੀਮੈਂਟ ਹੈਗੇ ਆ ਬੇਸਿਸ ਚੋਂ ਕੀ ਹੁੰਦੇ ਆ, ਲੀਨੀਅਰਲੀ ਇੰਡੀਪੈਂਡੈਂਟ ਹੁੰਦੇ। ਤਾਂ ਦੇਖੋ ਆਪਾਂ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਆਪਾਂ n ਨੂੰ ਫਿਕਸ ਕਰ ਲੈਨੇ ਆ। ਆਪਾਂ ਪਹਿਲਾਂ ਉਹਨਾਂ ਲਈ ਕਰਦੇ ਆ ਜਿਹੜੇ ਬੱਚੇ ਨੂੰ ਫਾਰਮੂਲਾ ਨਹੀਂ ਪਤਾ, ਫਿਰ ਆਪਾਂ ਫਾਰਮੂਲੇ 'ਚ ਦੇਖਦੇ ਆ ਕੀ ਹੁੰਦਾ। n 2 ਆ ਗਿਆ। ਸਕਿਊ ਸਿਮੈਟ੍ਰਿਕ ਦਾ ਮੈਟ੍ਰਿਸਸ ਕਿਹੋ ਜਿਹੀਆਂ ਨੇ? a 0 a a 0, क्योंकि स्क्यू सिमेट्रिक च डायगोनल एलिमेंट हमेशा 0 होंगे एंड जेडे नॉन डायगोनल एलिमेंट हो जाएंगे च वो की होंगे रेसिप्रोकल होंगे। ए आई जे की इक्वल होंगे -j। क्लियर? स्क्यू सिमेट्रिक हुण देखो इस मैट्रिक्स ਨੂੰ ਤੁਸੀਂ ਲਿਖ ਕਿਵੇਂ ਸਕਦੇ ਹੋ? ਇਦਾਂ ਲਿਖ ਸਕਦੇ ਹੋ, मतलब हर एक मैट्रिक्स ਜਿਹੜੀ स्क्यू सिमेट्रिक हैगी आ ਤੁਸੀਂ ਉਹਨੂੰ इस मैट्रिक्स के लीनियर कॉम्बिनेशन च लिख सकते हो। मैट्रिक्स ही एक है दैट इज 0 1 -1 0। हुन एक मैट्रिक्स है लीनियर इंडिपेंडेंट भी होगी पूरे दे पूरे V ਨੂੰ। एक ही है V होई है। जे ਆਪਾਂ V ਦੀ ਗੱਲ ਕਰੀਏ V एक्चुअल च की है दोज मैट्रिक्स सच दैट A ट्रांसपोज इज इक्वल टू -A। ठीक है जी। एक ही रियल मैट्रिक्स तो अपन लिखने की लोड़ नहीं। इंटीजर मैं इतने मेंशन ही किया है कि वो ओवर रियल नंबर। और देखो जिन्नियां भी इस मैट्रिक्स का ਆਪਾਂ ਉਹਨੂੰ ਇਦਾਂ ਆ ਹੈ ਕੋਈ ਵੀ ਆਰਬਿਟਰੀ ਮੈਟ੍ਰਿਕਸ ਹੈ वेयर A इज ਕੀ ਹੈ ਕਿ ਰੀਅਲ ਨੰਬਰ ਐਂਟਰੀ ਹੈ। क्लियर? ਤਾਂ ਹਰ ਇੱਕ ਮੈਟ੍ਰਿਕਸ ਨੂੰ ਇਹਦੇ ਕੰਬੀਨੇਸ਼ਨ ਚ ਲਿਖਤਾ। ਹੁਣ ਇੱਕ ਹੀ ਮੈਟ੍ਰਿਕਸ ਹੈ, ਇਹ ਲੀਨੀਅਰਲੀ ਇੰਡੀਪੈਂਡੈਂਟ ਵੀ ਹੈ ਤੇ ਸਪੈਨ ਵੀ ਕਰਦੀ ਹੈ। मतलब ਬੇਸਿਸ ਚ ਸਿਰਫ ਇੱਕ ਮੈਟ੍ਰਿਕਸ ਆਏਗੀ 0 1 -1 0। मतलब बेसिस ਚ ਕਿੰਨੇ ਐਲੀਮੈਂਟ ਆ? ਇੱਕ ਹੈ। ਤਾਂ ਡਾਇਮੈਂਸ਼ਨਸ ਕੀ ਹੈ? ਇਕੁਅਲ ਹੁੰਦਾ ਨੰਬਰ ਆਫ ਐਲੀਮੈਂਟ ਇਨ ਇਟਸ बेसिस ਦਾ ਇੱਕ बेसिस ਆਏਗਾ। ਜਦੋਂ ਇਹਨਾਂ ਨੂੰ 2 ਪੁੱਟ ਕਰੋਗੇ ਆ 1 ਬਣ ਗਿਆ ਜੀ। 2 by 2 1 ਪੁੱਟ ਕੀਤਾ, 2 ਪੁੱਟ ਕੀਤਾ, ਇੱਥੇ 2 ਪੁੱਟ ਕੀਤਾ, ਇਹ ਵੀ ਕਿੰਨਾ ਬਣ ਗਿਆ? 1 ਬਣ ਗਿਆ ਜੀ। ਇਹ 2 ਪੁੱਟ ਕੀਤਾ 4 - 2 2, ਇਹ ਵੀ 1 ਬਣ ਗਿਆ ਜੀ। ਇਹ ਥੋੜਾ ਜਿਹਾ ਜ਼ਿਆਦਾ ਬਣ ਗਿਆ 4 + 2 6 3। ਇਹ ਆਪਸ਼ਨ ਦਾ ਪੱਕਾ ਹੀ ਗਲਤ ਹੈ। ਹੁਣ ਇਹ ਵੀ ਆਪਸ਼ਨ 1, ਇਹ ਵੀ 1 ਹੈ, ਇਹ ਵੀ 1 ਹੈ। ਤਾਂ ਹੁਣ ਨੈਕਸਟ ਕੀ ਕਰੀਏ? ਕੋਈ ਗੱਲ ਨਹੀਂ ਜੀ, ਆਪਣੇ ਕੋਲ 3x3 ਦੀ ਮੈਟ੍ਰਿਕਸ ਵੀ ਪਈ ਹੈ। A ਨੂੰ ਆਪਾਂ 3x3 ਦੀ ਮੈਟ੍ਰਿਕਸ ਲੈ ਲਈ ਜੀ। 0 0 0 A -A B -B C -। क्लियर? ਹੁਣ ਇਸ ਮੈਟ੍ਰਿਕਸ ਨੂੰ ਕਿਹਦੇ ਚ ਲਿਖ ਸਕਦੇ? ਧਿਆਨ ਨਾਲ ਦੇਖੋ ਜੀ, ਆਪਾਂ ਲਿਖ ਸਕਦੇ ਹਾਂ 0 1 -1 0 0 0 0 0 0 plus B 0 0 1 -1 0 0 0 0 0 plus C that is 0 0 0 0 0 1 0 -1 0। ਤਾਂ ਹਰ ਇੱਕ ਮੈਟ੍ਰਿਕਸ 3x3 ਦੀ ਆਪਾਂ ਇਹਦੇ ਕੰਬੀਨੇਸ਼ਨ ਚ ਤਾਂ ਕਿੰਨੇ ਹੁਣ ਬੇਸਿਸ ਤੇ ਕਿੰਨੇ ਐਲੀਮੈਂਟ ਆ? 3, ਕਿਉਂਕਿ ਤਿੰਨਾਂ ਦੇ ਲੀਨੀਅਰਲੀ ਇੰਡੀਪੈਂਡੈਂਟ ਐਂਡ ਸਪੈਨ ਵੀ ਕਰਦੇ। ਆਨਸਰ ਕਿੰਨਾ ਆਣਾ ਚਾਹੀਦਾ? 3। n ਨੂੰ 3 ਪੁੱਟ ਕਰਕੇ 3 ਆਨਸਰ ਆਣਾ ਚਾਹੀਦਾ। 3 ਪੁੱਟ ਕरोगे ਇੱਥੇ ਕੀ ਆ ਜਾਊਗਾ ਜੀ? 3 + 1 4 4 * 3 12 12 by 2 that is 6। ਇੱਥੇ ਕਿੰਨਾ ਆ ਜਾਏਗਾ ਜੀ? 12 3 into 2 by 2 3 ਆ ਗਿਆ ਜੀ। ਇੱਥੇ 9 - 2 by 2 ਇਹ ਤਾਂ 7 by 2 ਆ ਗਿਆ ਤਾਂ ਨਹੀਂ ਹੈ। ਇਹ 6 ਹੈ 3 ਦਾ ਆਨਸਰ ਕੀ ਆ ਗਿਆ ਜੀ? B is the correct answer because answer 3 ਆਣਾ ਚਾਹੀਦਾ ਸੀ। ਠੀਕ ਹੈ? ਤਾਂ ਇਦਾਂ ਵੀ ਕਰ ਸਕਦੇ ਹੋ ਤੁਸੀਂ। ਦੇਖਣਾ ਕੀ ਹੈ ਕਿ ਇਸ ਦੇ ਕਿੰਨੇ ਮਿਨੀਮਮ ਐਲੀਮੈਂਟ ਲਾਵਾਂਗੇ ਜਿਹੜੇ ਕਿ ਪੂਰੇ ਦੇ ਪੂਰੇ V ਨੂੰ ਸਪੈਨ ਕਰਨ ਐਂਡ ਤੇ ਉਹ ਮਿਨੀਮਮ ਐਲੀਮੈਂਟ ਕੀ ਹੋਣੇ ਚਾਹੀਦੇ? ਲੀਨੀਅਰਲੀ ਇੰਡੀਪੈਂਡੈਂਟ ਹੋਣੇ ਚਾਹੀਦੇ। ਕਲੀਅਰ?
ਤਾਂ ਜੀ ਇਹਦਾ ਆਨਸਰ B। ਤਾਂ ਹੁਣ ਥੋੜਾ ਜਿਹਾ ਦਿਮਾਗ 'ਚ ਇਹ ਹੋਣਾ ਚਾਹੀਦਾ ਕਿ ਜਦੋਂ skew symmetric matrices order n over r, ਇਹ ਧਿਆਨ ਰੱਖਣਾ ਓਵਰ ਰੀਅਲ ਦੀ ਗੱਲ ਕਰ ਰਹੇ ਹਾਂ ਹੁਣ, ਤਾਂ ਉਹਦੇ ਡਾਈਮੈਂਸ਼ਨਸ ਕੀ ਹੁੰਦੇ n n-1/2। ਅਗਰ skew symmetric ਦੀ ਥਾਂ ਤੇ ਇੱਥੇ ਸਿਮੈਟ੍ਰਿਕ ਪੁੱਛਦੇ ਕਿਸੇ ਪੇਪਰ 'ਚ ਤਾਂ ਉਹਦੇ ਡਾਈਮੈਂਸ਼ਨਸ ਕੀ ਹੁੰਦੇ n n+1/2। ਤਾਂ ਇਹਦਾ ਕਰੈਕਟ ਆਨਸਰ ਕੀ ਹੈ ਜੀ? B is the correct answer. Now the next question is the question number 45. Question बड़ा बढ़िया रहेगा। If the characteristic equation of the non-singular matrix, तो पहला word highlight करने वाला कि इन्होंने non-singular matrix लिखी, clear? मतलब डिटर्मिनेंट नॉन जीरो आ, हर एक आइगन वैल्यू मतलब की है नॉन जीरो, कोई जीरो आइगन वैल्यू नहीं है, उतो ही पता लग गया। कैरेक्टरिस्टिक इक्वेशन भी दे दी, पूछ की दे रहा है कैरेक्टरिस्टिक इक्वेशन A इनवर्स दी। देखो जी A इनवर्स ऑब्वियसली वो भी एग्जिस्ट करता होगा ਜਦੋਂ ਆਈਗਨ ਵੈल्यू ਕੀ ਹੋਣ ਸਾਰੇ ਦੀਆਂ ਸਾਰੀਆਂ ਨॉन ਜ਼ੀरो, मतलब डिटरमिनेंट नॉन जीरो। डिटरमिनेंट ਕਿਹਦੇ ਇਕੁਅਲ ਹੁੰਦਾ? ਪ੍ਰੋਡਕਟ ਆਫ ਆਈਗਨ ਵੈल्यू। ਹੁਣ ਇੱਕ ਬੜਾ ਵਧੀਆ ਕੁਐਸਚਨ ਜਾਂ ਇੱਕ ਰਿਜ਼ਲਟ ਤੁਹਾਨੂੰ ਪਤਾ ਹੋਣਾ ਚਾਹੀਦਾ, ਅਗਰ ਲੈਮਡਾ ਆਈਗਨ ਵੈल्यू ਹੈਗੀ ਹੈ A ਦੀ, A ਕੀ ਆਪਣੇ ਕੋਲੇ ਨॉन सिंगुलर ਹੈ, ਤਾਂ 1/λ ਵੀ ਆਈਗਨ ਵੈल्यूज ਕੀ ਹੋਗੀ? A ਇਨਵਰਸ ਦੀ। ਤਾਂ ਇਹ ਤੁਹਾਨੂੰ ਇੱਕ ਰਿਜ਼ਲਟ ਦੇਖੋ 1/λ is defined only when lambda is non-zero। ਇਹਦਾ ਮਤਲਬ A ਨੂੰ ਨॉन ਸਿੰਗੂਲਰ, ਉਹ ਨॉन ਸਿੰਗੂਲਰ ਉਹਨੇ ਦੇ ਰੱਖੀ। ਇਹਦਾ ਮਤਲਬ ਜਿੰਨੀ ਕੈਰੈਕਟਰਿਸਟਿਕ ਇਕੁਏਸ਼ਨ ਹੈ ਜਿੱਥੇ ਜਿੱਥੇ x ਨੂੰ 1/x ਨਾਲ ਰਿਪਲੇਸ ਕਰ ਦੋ ਕੁਐਸਚਨ ਹੋ ਜੂ। ਜਿੱਥੇ ਜਿੱਥੇ x ਨੂੰ 1/x ਨਾਲ ਰਿਪਲੇਸ ਕਰ ਦੋ ਜੀ। क्वेश्चन की बन गया जी? ए बन जू जी x³ चलो अपन इधरों लिख लेने 1 - 2x + 4x² - x³ = 0। तो 1 - 2x का आंसर क्या आ गया जी अपने को? x³ - 4x² + 2x - 1 = 0। ऑप्शन देखो किधर मैच कर दिया जी? x³ आ रही ऑप्शन D इज द करेक्ट आंसर। देखो मैं पुट कर लिया तो आप सॉल्व कर ले। मैं एक और तरीका भी आसान है, अपन छोटे होंगे पता है कि अगर आपने को मान लो किसी इक्वेशन के रूट है a ते b, अगर उसके रूट 1/a ते 1/b होन मतलब रेसिप्रोकल होन हुंदा कि आप सारे कोएफिशिएंट इंटरचेंज कर देंगे। a दा कोएफिशिएंट किदे कोले चला जाएगा? ਇਹਦੇ ਕੋਲੇ चला जाएगा जी। ਇਹਦਾ कोएफिशिएंट किदे कोले चला जाएगा? तो होया कि देखो x³ ਦਾ कोएफिशिएंट ਇਹਦਾ ਇਹਦੇ ਕੋਲੇ ਆ ਗਿਆ माइनस हो गया, a ਕੀ ਹੋ ਗਿਆ प्लस ਦਾ ਹੋ ਗਿਆ। ठीक है जी, आ लिखो ਜਿਹੜਾ ਇੱਥੇ ਕੱਢਿਆ ਆਪਾਂ। ਇਹਦਾ कोएफिशिएंट ਇਹਦੇ ਕੋਲੇ ਆ ਗਿਆ, ਇਹਦਾ कोएफिशिएंट ਉਹਦੇ ਕੋਲੇ ਆ ਗਿਆ। 4x ਦੀ ਥਾਂ ਤੇ ਕੀ ਆਣਾ ਜੀ ਆਪਣੇ ਕੋਲੇ? 2x ਆਣਾ ਸੀ। ਇਹਦੇ ਕੋਲੇ कोएफिशिएंट ਕਿੰਨਾ ਗਿਆ? 4x²। ठीक, ਉਹ ਚਲੋ ਮਾਈਨਸ ਆਪਾਂ ਕਾਮਨ ਕੱਢ ਲਈ। ਤਾਂ ਕਰੈਕਟ ਆਨਸਰ ਕੀ? डी इज द करेक्ट आंसर। हर एक ਕਿਤੇ ਤੁਸੀਂ ਥੋੜਾ ਜਿਹਾ ਦਿਮਾਗ ਯੂਜ਼ ਕਰਨਾ, ਫਾਲੋ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਇਸ ਇਕੁਏਸ਼ਨ ਨੂੰ। ਠੀਕ ਹੈ, ਤੇ डी इज ਕੀ ਹੈ ਦਾ ਕरेक्ट आंसर। Now the question number is 46 and 47. 46 ਤੇ 47 बहुत आसान क्वेश्चन है। 46 क्या है? A² मैट्रिक्स है, ऑर्डर 3 दी है जी। डिटरमिनेंट कितना देता है? 5। 2a ਦਾ डिटरमिनेंट पूछा अपन पता जी। 2a ਦਾ डिटरमिनेंट कितना होगा? 2⁻³ into डिटरमिनेंट ऑफ a, जिन्नी ऑर्डर में हुंदी है उन्नी 2⁻ बाहर आएगी। a कितना गया? 8, a कितना गया? 5, का आंसर कितना गया? 40। 40 D इज द करेक्ट आंसर। नेक्स्ट की है 47। सम कढना जी। 0 नहीं, ਇਹਦਾ सम पूछा कि ऑप्शन ਦਿੱਤੇ होए कुछ करने की जरूरत नहीं, n ਨੂੰ पुट कर दो, n ਨੂੰ 1 पुट कर दो तो सिर्फ 2⁻1 2 आंसर आना चाहिए। एक ये आएगा जी, a 2⁻2 पुट किया कितना जुगा? 1 पुट किया 4 - 3 × 6 आ गया जी। ये भी 2 आ गया जी, ये भी 2 आ गया। मतलब ऑप्शन तो जमी कर दोगे, कोई गल नहीं। इन्होंने 1 की जगह हम 2 पुट कर लो, कितना आएगा? 4 + 2 6 आना चाहिए। इतने कितना आएगा? 4 - 1 3 6 आ गया जी। इन्होंने आप पहले वाले ऑप्शंस ਨੂੰ ਕੱਟ ਦੇਣੇ। ठीक है, ये तो कटे ही गया। इतने कितना आ जाएगा? 2 पुट किया 2 आ जाएगा। मतलब वैसे 2 तो A का करेक्ट आंसर। क्लियर करने की जरूरत ही नहीं सी, बस n ਨੂੰ पुट करो। नाउ द क्वेश्चन नंबर इज 48 एंड 49। ठीक है, डिस्कस करते हैं 48। P ਤੇ Q दो स्टेटमेंट है, which of the following is hold true ਦਿੱਤਾ ਹੈ। ਇਹਦਾ मीनिंग ਹੁੰਦਾ नेगेशन, ਇਹਦਾ मीनिंग ਹੁੰਦਾ P implies Q। ਹੁਣ देखो वैसे तो
सही बुक्स च तुसी इस चीज नूं इदां लिखिया हुंदा P A1 ਇਹਨੂੰ ਵੀ ਕੀ ਲਿਖਦੇ ਨੇ Q A। देखो सिंबल अलग अलग यूज कर सकते हैं, दैट इज नॉट एन इशू। इत्थे तुसी ਇਹਨੂੰ इंटरसेक्शन समझो ਜਾਂ ਇਹ ਸਮਝੋ, ਇਹਦਾ मीनिंग ਐਂड ਹੁੰਦਾ ठीक। ਹੁਣ देखो मीनिंग ਕੀ ਹੁੰਦਾ है, इस रीजन ਨੂੰ नेगेशंस पता होनी चाहिए है। अगर P इंप्लाइज Q है, यदि ਆਪਾਂ नेगेशन ਕੱਢਣੀ ਹੈ ਤਾਂ ਉਹ ਆਪਣੇ ਕੋਲੇ ਕਿਸ ਦੇ ਇਕੁਅਲ ਹੁੰਦੀ ਹੈ ਜੀ, Q and not P, that means Q not P। ऑप्शन देखो केड़ी सही है, D is the correct answer। तो ये ਤੁਹਾਨੂੰ पता होना चाहिए। नेक्स्ट क्वेश्चन क्या जी 49। क्वेश्चन से गड़बड़ी सी, गलत सीगा, ऑप्शन गलत देते हुए थी, क्यों गलत है डिस्कस करते हैं ठीक है। पांच ऑब्जर्वेशन का मीन 5 दिता है ते वेरिएंस कितना दिता है 6.8। तीन ऑब्जर्वेशन देती है 1 to 6 एंड बाकी दो ऑब्जर्वेशन पूछी है ठीक। देखो ये तीन ऑब्जर्वेशन देती है, बाकी मान लेने आप x ਤੇ y है, तो इन्हां दा सम कितना आ गया 6 ਤੇ 9, 9 प्लस 1 आप x मान ली 1 y मान ली। 9 कितों आया जी 1 plus 2 plus 6 क्लियर, डिवाइडेड बाय 5 इज इक्वल टू 5 होना, x plus y 25 minus 9 16। तो मतलब दो ऑब्जर्वेशन का सम 16 होना चाहिए सी, इत्थे तो सारे का सम 11 ही है, तो सारे के सारे ऑप्शन की है गलत। मतलब क्वेश्चन की सीगा जी रॉन्ग। नंबर मिल सकते ग्रेस से मिले है बच्चों क्लियर ठीक है जी। नाउ द लास्ट क्वेश्चन इज क्वेश्चन नंबर 15। cos a plus cos b plus cos c equal to 0, sin a sin b plus sin c 0, then the value of cos 3a cos 3b and cos 3c ਦੀ ਆਪਾਂ ਨੂੰ ਪੁੱਛ ਰਹੇ ਕਿ ਕੀ ਹੈ। ਦੇਖੋ ਇਦਾਂ ਦੇ ਕੁਐਸਚਨ ਨੂੰ ਤੁਸੀਂ ਜਦ ਤੱਕ ਤੁਸੀਂ cos a b ਤੇ c ਦੀ ਵੈਲਿਊ ਅਸਿਊਮ ਕਰ ਲਓ, ਕਈ ਵਾਰ ਉਹ ਪੇਪਰ ਚ ਨਹੀਂ ਹੁੰਦਾ ਤਾਂ ਆਪਾਂ ਇਹਨਾਂ ਨੂੰ ਦੋਨੇ ਵੇ ਨਾਲ ਕਰਦੇ ਹਾਂ। शॉर्टकट वे जो ਤੁਹਾਨੂੰ ਆਣਾ ਚਾਹੀਦਾ, दूसरा वे ਚਾਹ ਦੋ ਤੁਹਾਨੂੰ ਕਨਸੈਪਟ ਸਮਝ ਆਵੇ ਠੀਕ। ਦੇਖੋ ਇਹਨੂੰ 0 ਕਰਨਾ ਤਾਂ a ਨੂੰ 60 ਲੈ ਲਓ ਜੀ, b ਨੂੰ ਲੈ ਲਓ ਤੁਸੀਂ 300, c ਨੂੰ ਲੈ ਲਓ ਤੁਸੀਂ 180। देखो क्यों मैं बड़ा ਵਧੀਆ ਇਹਨੂੰ 60 ਤੇ ਕਿੰਨਾ ਜਾਏਗਾ 1/2, ਇਹ ਕਿੰਨਾ ਜਾਏਗਾ ਜੀ 300 ਤੇ 270 plus 3 30, cos ਦਾ साइन ਬਣ ਜਾਏਗਾ ਪੋਜ਼ਿਟਿਵ ਹੁੰਦਾ 1/2, एक के बन जाएगा जी cos 180 minus 1 0 हो गया, एक कितना जाएगा जी √3/2, sin का cos बन जाएगा लेकिन cos नेगेटिव होता है, ये आ गया जी 180 ਤੇ वैसे 0 होता। चलो अपने को ABC पता चल गया कि कितना ये कंडीशन सैटिस्फाई होगी। cos 3a 180 minus 1 900 minus 1 540 minus 1, तो आंसर -3 आना चाहिए। कटा गया जी a plus b plus c का सम कितना जो 480 60 540 540 के नाम जो जी -1, ऑप्शन कटी गई, a -1 है 3 -3 आ गया, लेकिन a भी -1, तो आंसर की है c इज द करेक्ट आंसर ठीक है। देखो ਇਹਦਾ ਬਾਈ ਆਪਸ਼ਨਸ ਕੀਤਾ ਆਪਾਂ, ਤੁਸੀਂ ਇਹਨੂੰ ਸੋਲਵ ਵੀ ਕਰ ਸਕਦੇ ਹੋ ਬਾਈ ਡੀ ਇਨਵਰਸ ਥਿਓਰਮ, ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। x ਨੂੰ ਕੀ ਲੈ ਲਓ ਜੀ 6a, दैट मींस cos a plus sin a, y की ले लो जी 6b, that means cos b plus sin iota sin b, z की ले लो जी 6c, that means cos c plus iota sin c। ऐड कर दो x plus y plus z, इधर ऐड करोगे रियल पार्ट cos a cos b cos c 0 देता है, iota टाइम्स sin a sin b sin c वो भी 0 देता है, 0 आ गया जी। वैल्यू कितनी पूछ रहे हैं 3a दी, ਇਹਦਾ क्यूब कर दो, you will get x cube plus y cube plus z cube, this will be equal to 3ab abc। ਇਹਦਾ क्यूब करोगे जी इसका d minus 0 3 आगे आ जाएगा, तो ये आ जाएगा cos 3a plus iota sin 3a, इसका क्या आ जाएगा जी cos 3b plus iota sin 3b plus cos 3c plus iota sin 3c। इधर क्या जाएगा ना जी प्रोडक्ट, प्रोडक्ट च की ਹੁੰਦਾ सिस ऐड हो जाते हैं, तो ये आ जाएगा अपने को 3 cos a plus b plus c plus iota times 3 sin a plus b plus c। ਹੁਣ ਰੀਅਲ ਤੇ ਇਮੇਜਿਨਰੀ ਪਾਰਟ ਦੀ ਵੈਲਿਊ ਪੁੱਛੀ ਹੋਈ ਹੈ, ਰੀਅਲ ਪਾਰਟ ਇਹਦਾ ਕਿੰਨਾ ਜੀ ਆਪਣੇ ਕੋਲ 3 cos a plus b ਇਹ ਵਾਲਾ ਆਨਸਰ। ਜਿੱਥੇ sin ਦੀ ਜਗ੍ਹਾ cos ਹੁੰਦਾ ਪੁੱਛਿਆ ਆਪਣੇ ਕੋਲੇ ਤਾਂ ਉਹ ਕੀ ਆ ਜਾਣਾ ਸੀ sin 3a sin 3b sin 3c ਉਹ ਕਿਹਦੇ ਕੋਲ ਆ ਜਾਣਾ ਸੀ 3 sin a plus b plus c, तो c ਕੀ ਹੈ करेक्ट आंसर।
वैसे तो ऑप्शन थोड़ा जिहा दिमाग लाओ कि ਆਪਾਂ A ਤੇ B ਦੀਆਂ ਵੈਲਿਊ ਸੈੱਟ ਕਰ ਸਕੀਏ ਤਾਂ ਕਿ ਸ਼ਾਰਟਕਟ ਵੇ ਨਾਲ ਹੋ ਸਕੇ। ਠੀਕ ਤਾਂ ਪੇਪਰ 'ਚ ਹਮੇਸ਼ਾ ਸ਼ਾਰਟਕਟ ਯੂਜ਼ ਕਰੋ। ਹਾਂ ਉਸ ਤੋਂ ਪਹਿਲਾਂ ਤੁਸੀਂ ਕਨਸੈਪਟ ਜ਼ਰੂਰ ਸਮਝੋ ਕਿਸੇ ਚੀਜ਼ ਦਾ ਸ਼ਾਰਟਕਟ ਲਗਾਉਣ ਲਈ। ਤਾਂ ਫਿਊਚਰ 'ਚ ਕੋਈ ਵੀ ਐਗਜ਼ਾਮ ਆਉਂਦਾ ਤਾਂ ਤੁਸੀਂ ਉਸ ਚੀਜ਼ ਦੀ ਪਹਿਲਾਂ ਪੜੋ, ਉਸ ਦੇ ਸ਼ਾਰਟਕਟ ਅਗਰ ਜ਼ਰੂਰੀ ਨਹੀਂ ਹੈ ਸ਼ਾਰਟਕਟ ਕੋਈ ਐਕਸਪਰਟ ਟੀਚਰ ਵੀ ਬਣਾ ਸਕਦਾ। ਕਈ ਵਾਰ ਸਟੂਡੈਂਟ ਨੂੰ ਖੁਦ ਸ਼ਾਰਟਕਟ ਪਤਾ ਲੱਗ ਜਾਂਦਾ ਕਿ ਇਹ ਇਦਾਂ ਹੋਏਗਾ ਇਦਾਂ ਹੋਏਗਾ। ਤਾਂ ਹਮੇਸ਼ਾ ਹੀ ਜਦੋਂ ਇਹੋ ਜਿਹੇ ਕੁਐਸਚਨ ਆਉਂਦੇ ਆ ਤਾਂ ਜਿਹੜੇ ਤਾਂ ਸੋਲਵ ਜ਼ਿਆਦਾ ਟਾਈਮ ਲੈ ਰਿਹਾ ਤਾਂ ਉਹਨੂੰ ਬਾਅਦ ਚ ਕਰੋ, ਪਹਿਲਾਂ ਜਿਹੜੇ ਈਜ਼ੀ ਹੋ ਰਹੇ ਆ ਉਹਨਾਂ ਨੂੰ ਸੋਲਵ ਪਹਿਲਾਂ ਕਰੋ। ਤਾਂ ਕੋਈ ਵੀ ਐਗਜ਼ਾਮ ਹੋਵੇ ਪੇਪਰ 'ਚ ਪਹਿਲਾਂ ਆਪਾਂ ਜਿਹੜੇ ਈਜ਼ੀ ਕੁਐਸਚਨ ਜਲਦੀ ਹੋਣ ਵਾਲੇ ਹੁੰਦੇ ਆ ਪਹਿਲਾਂ ਉਹਨਾਂ ਨੂੰ ਹੀ ਕਰਨਾ ਚਾਹੀਦਾ, ਉਸ ਤੋਂ ਬਾਅਦ ਜਿਹੜੇ ਡਿਫਿਕਲਟ ਆ ਬਾਅਦ ਚ ਆ ਜਾਣ। ਕਲੀਅਰ। ਥੈਂਕ ਯੂ ਜੀ। ਵੀਡੀਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ। ਥੈਂਕ ਯੂ ਆਲ।